ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਜਾਂ ਫਲਾਣੇ ਸੰਬੰਧੀ ਦੀ ਮ੍ਰਿਤੂ ਹੋ ਗਈ, ਇਉਂ ਸਾਧ ਸਾਂਝੀ ਇਹ 7 ਪ੍ਰਕਾਰ ਦਾ ਡਰ ਹੈ। ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪਿਆ ਇਹ ਸਾਰੇ 7 ਪ੍ਰਕਾਰ ਦਾ ਜਿਹੜਾ ਡਰ ਹੈ ਇਹ ਵੀ ਦੂਰ ਹੋ ਜਾਂਦਾ ਹੈ ਤੇ ਦੁੱਖ ਵੀ ਦੂਰ ਹੋ ਜਾਂਦਾ ਹੈ, ਤੇ ਫਿਰ ਆਤਮਿਕ ਸੁਖ ਦੀ ਜੀਵ ਪ੍ਰਾਪਤੀ ਕਰ ਲੈਂਦਾ ਹੈ। ਮੇਰੇ ਮਨ ਪ੍ਰਭ ਸਰਣ ਆਈ ਪਾਏ, ਹੇ ਮੇਰੇ ਮਨਾ ਤੂੰ ਪਰਮੇਸ਼ਰ ਦੀ ਅਕਾਲ ਪੁਰਖ ਦੀ ਓਟ ਦੇ ਵਿੱਚ ਪੈਣਾ ਕਰ। ਤੇ ਇੱਕ ਥਾਂ ਸਤਿਗੁਰਾਂ ਦਾ ਐਸਾ ਵੀ ਕਥਨ ਹੈ, ਮੇਰੇ ਮਨ ਸਬਦੀ ਸੁਖ ਪਾਏ। ਹੇ ਮੇਰੇ ਮਨਾ ਜੇ ਤੂੰ ਗੁਰਾਂ ਦੇ ਸ਼ਬਦ ਨੂੰ ਕਮਾਉਣਾ ਕਰੇਗਾ, ਗੁਰਾਂ ਦੇ ਸ਼ਬਦ ਦੀ ਕਮਾਈ ਕਰੇਗਾ, ਤਾਂ ਫਿਰ ਤੂੰ ਆਤਮਿਕ ਸੁਖ ਜਿਹੜਾ ਹੈ, ਆਨੰਦ ਹੈ, ਉਹ ਤੂੰ ਆਤਮਿਕ ਆਨੰਦ ਪਾ ਲੈਣਾ ਕਰੇਗਾ। ਪ੍ਰਭੂ ਦੀ ਸ਼ਰਨ ਦੀ ਬਾਬਤ ਸਾਧ ਸਾਂਝੀ ਇੱਕ ਦਾਨੇ ਹੈ ਜਿਹੜੇ ਉਹ ਬਹੁਤ ਸੁਖੈਨ ਢੰਗ ਦੇ ਨਾਲ ਜੀਵ ਨੂੰ ਪਰਮੇਸ਼ਰ ਦੇ ਨਾਲ ਜੋੜਨ ਦੇ ਵਾਸਤੇ ਇੱਕ ਸਰਲ ਜੀ ਉਦਾਹਰਨ ਦਿੰਦੇ ਆ। ਇੱਕ ਕੋਈ ਬੱਚਾ ਸੀ ਤੇ ਜਿਹੜਾ ਸਤ ਸੰਗਤ ਕਰਿਆ ਕਰਦਾ ਸੀ, ਸਤ ਸੰਗਤ ਦੇ ਨਾਲ ਸਨੇਹ ਸੀ, ਸਤ ਸੰਗਤ ਦੇ ਵਿੱਚ ਜਾਇਆ ਕਰੇ। ਇਉਂ ਘਰਦਿਆਂ ਨੇ ਸਮਝਿਆ, ਕਿਉਂਕਿ ਘਰਦਿਆਂ ਨੂੰ ਤਾਂ ਸਾਧ ਸੰਗਤ ਇਹ ਹੁੰਦਾ ਵੀ ਵੱਧ ਤੋਂ ਵੱਧ ਧਨ ਦੌਲਤ ਕਮਾ ਕੇ ਲਿਆਵੇ। ਘਰ ਦੇ ਕਹਿਣ ਲੱਗੇ ਵੀ ਧਨ ਕੰਮਾ ਹੈ, ਕੋਈ ਵੀ ਕੰਮ ਨਹੀਂ ਕਰਦਾ। ਉਧਰ ਸਾਧ ਸੰਗਤ ਜੀ ਜਿਹੜਾ ਉਸ ਦੇਸ਼ ਦਾ ਰਾਜਾ ਸੀ, ਰਾਜੇ ਦੀ ਔਲਾਦ ਨਹੀਂ ਸੀ। ਬੜੇ ਬੜੇ ਜੋਤਸ਼ੀਆਂ ਨੂੰ ਪੁੱਛਿਆ ਵੀ ਘਰ ਦੇ ਵਿੱਚ ਸੰਤਾਨ ਕਿਵੇਂ ਪੈਦਾ ਹੋਵੇ, ਤਾਂ ਫਿਰ ਸਾਧ ਸੰਗਤ ਜੀ ਇੱਕ ਜੋਤਸ਼ੀ ਸੀ, ਉਹਨੇ ਜੋਤਿਸ਼ ਵਿਦਿਆ ਦੇ ਅਨੁਸਾਰ ਜਿਸ ਤਰ੍ਹਾਂ ਉਹਨਾਂ ਦੀ ਜੋਤਿਸ਼ ਵਿਦਿਆ 'ਚ ਲਿਖਿਆ ਸੀ ਕਿ ਰਾਜਨ ਤੇਰੇ ਔਲਾਦ ਹੋ ਸਕਦੀ ਹੈ, ਤੂੰ ਇੱਕ ਕੰਮ ਕਰ, ਤੂੰ ਦੇਵੀ ਦੇ ਅੱਗੇ ਕਿਸੇ ਬਾਲਕ ਦੀ ਬਲੀ ਦੇਣਾ ਕਰ, ਫਿਰ ਤੇਰੇ ਘਰ ਵਿੱਚ ਔਲਾਦ ਹੋ ਜਾਵੇਗੀ। ਇਉਂ ਸਾਧ ਸੰਗਤ ਜੀ ਰਾਜੇ ਨੇ ਸਾਰੇ ਆਪਣੇ ਦੇਸ਼ ਦੇ ਵਿੱਚ ਢੰਡੋਰਾ ਫੇਰ ਦਿੱਤਾ ਕਿ ਮੈਂ ਦੇਵੀ ਦੀ ਬਲੀ ਚੜਾਉਣੀ ਹੈ, ਕੋਈ ਆਪਣੀ ਖੁਸ਼ੀ ਦੇ ਨਾਲ ਆਪਣਾ ਬੱਚਾ ਮੈਨੂੰ ਦੇ ਦੇਵੇ। ਤਾਂ ਸਾਧ ਸੰਗਤ ਜੀ ਇਹਨਾਂ ਨੇ ਘਰਦਿਆਂ ਨੇ ਸੋਚਿਆ ਵੀ ਊਂ ਕਿਹੜਾ ਕੋਈ ਇਹ ਕੰਮ ਕਰਦਾ, ਆਪਾਂ ਇਹਨੂੰ ਦੇ ਦਿੰਦੇ ਹਾਂ, ਤੇ ਨਾ ਕਈ ਵਾਰ ਰਾਜੇ ਤੱਕ ਲੋੜ ਪੈ ਜਾਂਦੀ ਹੈ, ਆਪਣਾ ਕਾਰਜ ਵੀ ਕਰ ਦਿਆ ਕਰੇਗਾ। ਇਉਂ ਸੋਚ ਕੇ ਸਾਧ ਸੰਗਤ ਜੀ ਉਹ ਬੱਚਾ ਸੀ ਜਿਹੜਾ ਉਹ ਰਾਜੇ ਨੂੰ ਫੜਾ ਦਿੱਤਾ। ਰਾਜੇ ਨੂੰ ਦੇ ਕੋਲੇ ਲੈ ਗਏ, ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਉਧਰੋਂ ਬਲੀ ਦੇਣ ਦਾ ਦਿਨ ਨੇੜੇ ਆ ਗਿਆ। ਬੱਚੇ ਨੂੰ ਪੁੱਛਿਆ ਗਿਆ ਵੀ ਤੇਰੀ ਆਖਰੀ ਖੁਆਇਸ਼ ਕੀ ਹੈ, ਇੱਛਾ ਕੀ ਹੈ? ਤਾਂ ਬੱਚਾ ਕਹਿਣ ਲੱਗਾ ਵੀ ਮੇਰੀ ਤਾਂ ਇੱਕੋ ਹੀ ਇੱਛਾ ਰਾਜਨ, ਵੀ ਮੈਂ ਇਸ਼ਨਾਨ ਕਰਨਾ ਹੈ। ਕੋਲ ਦੀ ਜਿੱਥੇ ਰਾਜੇ ਦਾ ਮਹਿਲ ਸੀ ਨਦੀ ਚੱਲ ਰਹੀ ਸੀ। ਕਹਿਣ ਲੱਗੇ ਠੀਕ ਹੈ। ਇਸ਼ਨਾਨ ਕਰਾਉਣ ਵਾਸਤੇ ਜਿਹੜੇ ਸਿਪਾਹੀ ਸਨ ਲੈ ਗਏ, ਨਦੀ ਦੇ ਉੱਪਰ ਇਸ਼ਨਾਨ ਕੀਤਾ ਬੱਚੇ ਨੇ। ਇਸ਼ਨਾਨ ਕਰਨ ਤੋਂ ਬਾਅਦ ਕੀ ਕੀਤਾ, 4 ਢੇਰੀਆਂ ਬਣਾ ਲਈਆਂ। ਰਾਜਾ ਮਹਿਲਾਂ ਦੇ ਉੱਪਰ ਖੜਾ ਵੇਖ ਰਿਹਾ ਸੀ। 4 ਢੇਰੀਆਂ ਬਣਾਈਆਂ ਤੇ ਪਹਿਲੀ ਢੇਰੀ ਬੱਚੇ ਨੇ ਢਾਹ ਦਿੱਤੀ। ਜਦੋਂ ਪਹਿਲੀ ਢੇਰੀ ਢਾਈ, ਸਾਧ ਸੰਗਤ ਜੀ ਅਤਿਅੰਤ ਰੋਇਆ ਤੇ ਦੁੱਖ ਮਹਿਸੂਸ ਕੀਤਾ। ਤੇ ਫਿਰ ਦੂਸਰੀ ਢੇਰੀ ਢਾਹ ਦਿੱਤੀ ਤੇ ਦੂਸਰੀ ਢੇਰੀ ਢਾਉਣ ਤੋਂ ਬਾਅਦ ਵੀ ਸਾਧ ਸੰਗਤ ਜੀ ਰੋਇਆ ਅਤੇ ਬਹੁਤ ਸਾਰੀ ਪੀੜਾ ਮਹਿਸੂਸ ਕੀਤੀ। ਤੇ ਫਿਰ ਤੀਸਰੀ ਢੇਰੀ ਸੀ ਜਿਹੜੀ, ਤੀਸਰੀ ਢੇਰੀ ਵੀ ਢਾਹ ਦੇਣਾ ਕੀਤੀ ਤੇ ਬਹੁਤ ਸੋਗਮਈ ਅਵਸਥਾ ਦੇ ਵਿੱਚ ਬੈਠਾ ਹੈ। ਚੌਥੀ ਢੇਰੀ
ਢਾਹੀ ਨਹੀਂ ਤੇ ਚੌਥੀ ਢੇਰੀ ਨੂੰ ਐਨ ਚੰਗੀ ਤਰ੍ਹਾਂ ਸਵਾਰ ਕੇ ਠੀਕ ਕਰਕੇ ਬਹੁਤ ਪ੍ਰਸੰਨ ਹੋਇਆ ਤੇ ਰਾਜਾ ਖੜਾ ਵੇਖ ਕੇ ਹੈਰਾਨ ਹੋਇਆ ਤੇ ਬੱਚਾ ਬਹੁਤ ਪ੍ਰਸੰਨਤਾ ਦੇ ਸਹਿਤ ਹੈ। ਰਾਜੇ ਨੇ ਸਿਪਾਹੀਆਂ ਨੂੰ ਕਿਹਾ ਵੀ ਬੱਚੇ ਨੂੰ ਮੇਰੇ ਕੋਲੇ ਲੈ ਕੇ ਆਓ। ਬੱਚਾ ਕੋਲ ਲਿਆ ਕੇ ਕਹਿਣ ਲੱਗਿਆ ਰਾਜਾ ਵੀ ਇਹ ਦੱਸ ਬੱਚਾ, ਇਹ ਤਾਂ ਪਹਿਲੀ ਢੇਰੀ ਢਾਹ ਦਿੱਤੀ, ਦੂਸਰੀ ਢਾਹ ਦਿੱਤੀ, ਤੀਸਰੀ ਢਾਹ ਦਿੱਤੀ, ਇਹ ਚੌਥੀ ਢੇਰੀ ਤੈਂ ਕਿਉਂ ਨਹੀਂ ਢਾਹੀ? ਉਹ ਕਹਿਣ ਲੱਗਾ ਰਾਜਨ, ਜੇ ਤੂੰ ਹੁਣ ਪੁੱਛੀ ਲਿਆ ਤਾਂ ਸਮਝ ਫਿਰ, ਪਹਿਲੀ ਢੇਰੀ ਮੈਂ ਢਾਹੀ ਆ ਵੀ ਪਹਿਲਾ ਆਸਰਾ ਮਨੁੱਖ ਦਾ ਮਾਂ ਪਿਓ ਹੁੰਦੇ ਆ, ਵੀ ਮੇਰੇ ਮਾਂ ਪਿਓ ਨੇ ਵੇਖੋ ਮੈਨੂੰ ਨਿਕੰਮਾ ਜਾਣ ਕੇ ਤੁਹਾਡੇ ਹਵਾਲੇ ਕਰ ਦਿੱਤਾ, ਇਸ ਕਰਕੇ ਮੈਂ ਉਹ ਢਾਹ ਦਿੱਤੀ। ਤੇ ਦੂਸਰਾ ਆਸਰਾ ਹੁੰਦਾ ਦੇਸ਼ ਦਾ ਰਾਜਾ। ਕਹਿੰਦੇ ਰਾਜਨ ਤੂੰ ਆਪਣੇ ਸਵਾਰਥ ਦੇ ਵਾਸਤੇ ਹੈ ਤਾਂ ਤੂੰ ਪਰਜਾ ਦੇ ਵਿੱਚ ਨਿਆਂ ਕਰਨ ਵਾਸਤੇ, ਪਰ ਤੈਂ ਆਪਣੇ ਸਵਾਰਥ ਦੇ ਵਾਸਤੇ ਤੇ ਮੈਨੂੰ ਮੇਰੀ ਬਲੀ ਦੇਣ ਦੇ ਵਾਸਤੇ ਮੈਨੂੰ ਫੜ ਕੇ ਲਿਆਂਦਾ ਹੈ, ਇਸ ਕਰਕੇ ਮੈਂ ਦੂਸਰੀ ਢੇਰੀ ਵੀ ਢਾਹ ਦਿੱਤੀ ਹੈ। ਤੀਸਰੀ ਢੇਰੀ ਮੈਂ ਉਸ ਵੇਲੇ ਸਨਾਤਨ ਧਰਮ ਦੇ ਵਿੱਚ ਜਿਸ ਤਰ੍ਹਾਂ ਦੇਵੀ ਦੇਵਤਿਆਂ ਨੂੰ ਲੋਕ ਮੰਨਦੇ ਸਨ, ਕਹਿੰਦੇ ਮੈਂ ਦੇਵੀ ਦੀ ਢਾਹ ਦਿੱਤੀ ਹੈ, ਵੀ ਉਹ ਦੇਵੀ ਕਿਹੜੀ ਹੈ ਵੀ ਜਿਹੜੀ ਜਿਹਨੇ ਤਾਂ ਮੇਰੀ ਰੱਖਿਆ ਕਰਨੀ ਸੀ ਉਲਟਾ ਮੇਰੀ ਬਲੀ ਲੈ ਕੇ ਪ੍ਰਸੰਨ ਹੋਊਗੀ। ਕਹਿਣ ਲੱਗਾ ਰਾਜਾ ਵੀ ਇਹ ਤਾਂ ਠੀਕ ਹੈ, ਫਿਰ ਚੌਥੀ ਢੇਰੀ ਕਿਉਂ ਨਹੀਂ ਢਾਹੀ? ਕਹਿਣ ਲੱਗਾ ਚੌਥੀ ਢੇਰੀ ਮੈਂ ਇਸ ਕਰਕੇ ਨਹੀਂ ਢਾਹੀ ਰਾਜਨ, ਵੀ ਮੈਂ ਸਾਰੇ ਆਸਰੇ ਛੱਡ ਕੇ ਮੈਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਓਟ ਲੈ ਲਈ ਹੈ, ਵੀ ਉਹਦੀ ਸ਼ਰਨ ਦੇ ਵਿੱਚ ਮੈਂ ਹੁਣ ਜਾ ਪਿਆ ਵੀ ਹੇ ਪਰਮੇਸ਼ਰ, ਹੁਣ ਜੇ ਬਚਾ ਸਕਦਾ ਹੈ ਤਾਂ ਤੂੰ ਹੀ ਮੈਨੂੰ ਬਚਾ ਸਕਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਇਉਂ ਉਸ ਬੱਚੇ ਨੇ ਪਰਮੇਸ਼ਰ ਦੀ ਓਟ ਲੈਣਾ ਕੀਤੀ, ਆਸਰਾ ਪਾਇਆ ਤੇ ਰਾਜਾ ਸਾਧ ਸਾਂਝੀ ਅਤਿਅੰਤ ਪ੍ਰਸੰਨ ਹੋ ਗਿਆ। ਕਹਿਣ ਲੱਗਾ ਵੀ ਇਤਨਾ ਸੂਝਵਾਨ ਅਕਲ ਵਾਲਾ ਬੱਚਾ ਹੈ, ਵੀ ਜੇ ਮੈਂ ਇਹਦੀ ਬਲੀ ਦੇ ਦਿੱਤੀ, ਇਹਦੀ ਬਲੀ ਦੇਣ ਤੋਂ ਬਾਅਦ ਵੀ ਸੰਤਾਨ ਨਾ ਹੋਈ, ਫਿਰ ਇਹਦੇ ਨਾਲੋਂ ਤਾਂ ਚੰਗਾ ਕਹਿੰਦੇ ਇਹੋ ਹੈ ਵੀ ਜੇ ਇਸੇ ਨੂੰ ਹੀ ਮੈਂ ਆਪਣਾ ਪੁੱਤਰ ਬਣਾ ਲੈਣਾ ਕਰਾਂ। ਰਾਜੇ ਨੇ ਫਿਰ ਸਾਧ ਸਾਂਝੀ ਉਹਨੂੰ ਆਪਣਾ ਪੁੱਤਰ ਬਣਾ ਲਿਆ ਸੀ। ਇਉਂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪੈ ਕੇ ਉਹ ਜਿਹੜਾ ਬੱਚਾ ਸੀ ਅਕਾਲ ਪੁਰਖ ਦੀ ਓਟ ਲਈ, ਉਹਨੇ ਸਾਰੇ ਸੁੱਖ ਸੀ ਜਿਹੜੇ ਪਾ ਲਏ, ਜਿੰਨੇ ਵੀ ਉਹਦੇ ਡਰ ਸੀ, ਜਾਂ ਰਾਜੇ ਦਾ ਡਰ ਸੀਗਾ ਮਾਰਨ ਦਾ, ਜਾਂ ਹੋਰ ਜਿੰਨੇ ਵੀ ਦੁੱਖ ਸਨ ਉਹ ਸਾਰੇ ਦੂਰ ਹੋ ਗਏ ਤੇ ਉਹਨੇ ਸੁੱਖ ਪਾਉਣਾ ਕੀਤਾ। ਇਉਂ ਹੇ ਮੇਰੇ ਮਨਾ, ਜੇ ਤੂੰ ਵੀ ਸੁੱਖ ਚਾਹੁੰਦਾ ਹੈ ਤਾਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਓਟ ਦੇ ਵਿੱਚ ਪੈਣਾ ਕਰ, ਤਾਂ ਹੀ ਤੂੰ ਆਤਮਿਕ ਸੁਖ ਕਹੀਏ ਆਨੰਦ ਨੂੰ ਪਾਉਣਾ ਕਰੇਗਾ। ਜਾ ਦਿਨ ਬਿਸਰੈ ਪ੍ਰਾਨ ਸੁਖ ਦਾਤਾ, ਜਿਸ ਦਿਨ ਹੇ ਮਨਾ ਤੈਨੂੰ ਜਿਹੜਾ ਪ੍ਰਾਨ ਸੁਖ ਦਾਤਾ, ਸੁਖ ਦਾਤਾ, ਦਾਤਾ ਨਾਮ ਸਾਧ ਸਾਂਝੀ ਦੇਣ ਦਾ ਹੁੰਦਾ ਹੈ, ਜਿਹੜਾ ਸੁੱਖਾਂ ਨੂੰ ਦੇਣ ਵਾਲਾ ਹੈ, ਜਿਹੜਾ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਹੈ। ਹੇ ਮੇਰੇ ਮਨਾ, ਜਿਹੜਾ ਉਹ ਅਕਾਲ ਪੁਰਖ ਸੁੱਖਾਂ ਦਾ ਦਾਤਾ ਹੈ, ਜਿਹੜਾ ਤੈਨੂੰ ਸੁੱਖ ਦੇਣ ਵਾਲਾ ਹੈ, ਉਸ ਨੂੰ ਤੈਂ ਹਰ ਰੋਜ਼ ਜਾਂ ਦਿਨ ਦਾ ਅਰਥ ਸਾਧ ਸੰਜੀ ਹੁੰਦਾ ਰੋਜ਼, ਭਾਵ ਜਦੋਂ ਵੀ ਦਿਨ ਚੜ੍ਹਦਾ ਹੈ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਤੈਂ ਭੁਲਾ ਦੇਣਾ ਕੀਤਾ ਹੈ। ਹਰ ਬਿਸਰਤ ਸਦਾ ਖੁਆਰੀ, ਇਸ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਭੁੱਲਣੇ ਕਰਕੇ, ਵਿਸਰਨੇ ਕਰਕੇ ਸਦਾ ਹੀ ਤੇਰੀ ਖੁਆਰੀ ਹੁੰਦੀ ਹੈ, ਖੱਜਲ ਖੁਆਰੀ ਤੇਰੀ ਹੁੰਦੀ ਹੈ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸਾਧ ਸਾਂਝੀ ਭੁੱਲਣ ਤੋਂ ਇੱਕ ਨਹੀਂ, ਜਿੰਨੇ ਸਾਰੇ ਸੰਸਾਰ ਦੇ ਰੋਗ ਹੈ, ਸਾਰੇ ਸੰਸਾਰ ਦੇ ਰੋਗ ਆ ਕੇ ਇਸ ਜੀਵ ਨੂੰ ਲੱਗ ਜਾਂਦੇ ਆ। ਇਸ ਕਰਕੇ ਇਹ ਮੇਰੇ ਮਨਾ, ਜਿਹੜਾ ਉਹ ਸੁੱਖਾਂ ਦਾ ਦਾਤਾ ਪਰਮੇਸ਼ਰ ਹੈ, ਉਸ ਨੂੰ ਤੂੰ
ਹਰ ਰੋਜ਼ ਭੁਲਾ ਰਿਹਾ ਹੈ। ਸੋ ਦਿਨ ਜਾਤ ਅਜਾਏ। ਤੇ ਇਉਂ ਤੂੰ ਉਸ ਦੀ ਯਾਦ ਤੋਂ ਬਗੈਰ ਜਿਹੜਾ ਆਪਣਾ ਇਹ ਮਨੁੱਖਾ ਜਨਮ ਹੈ, ਇਸ ਮਨੁੱਖਾ ਜਨਮ ਨੂੰ ਤੂੰ ਵਿਅਰਥ ਹੀ ਬਤੀਤ ਕਰਦਾ ਜਾ ਰਿਹਾ ਹੈ। ਰਹਾਉ ਵਿਸ਼ਰਾਮ ਦੇ ਕੇ ਸਾਧ ਸਾਂਝੀ ਕਥਨ ਕਰਦੇ ਹਨ। ਏਕ ਰਹਿਣ ਕੇ ਪਹੁਣ ਤੁਮ ਆਏ। ਤੇ ਇੱਥੇ ਸਾਧ ਸਾਂਝੀ ਸਤਿਗੁਰਾਂ ਨੇ ਫਿਰ ਜੀਵ ਨੂੰ ਦੇਖੋ ਪਲ ਪਲ ਦੇ ਵਿੱਚ ਜੀਵ ਨੂੰ ਸਮਝਾਉਣਾ ਕੀਤਾ ਹੈ। ਏਕ ਰਹਿਣ ਕੇ ਪਹੁਣ ਤੁਮ ਆਏ। ਏਕ ਰਹਿਣ ਤੋਂ ਭਾਵ ਕੀ ਹੈ ਇੱਥੇ? ਵੀ ਇੱਕ ਰਾਤ, ਭਾਵ ਇੱਕ ਉਮਰ ਰੂਪੀ ਰਾਤ ਦੇ ਵਿੱਚ ਤੂੰ ਪ੍ਰਾਹੁਣਾ ਬਣ ਕੇ ਆਇਆ ਹੋਇਆ ਹੈ। ਤੇਰੀ ਉਮਰ ਰੂਪੀ ਰਾਤ ਹੈ। ਜਦੋਂ ਇਹ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਤਾਂ ਇਹ ਸਰੀਰ ਨੇ ਵੀ ਨਾਸ਼ ਹੋ ਜਾਣਾ ਹੈ। ਤੇ ਇੱਕ ਸਾਧ ਸਾਂਝੀ ਇੱਥੇ ਤਾਂ ਇੱਕ ਰਹਿਣ ਦੀ ਬਾਤ ਆਈ ਹੈ। ਭਗਤ ਕਬੀਰ ਜੀ ਦੇ ਪਾਵਨ ਬਚਨ ਹਨ। ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ। 4 ਦਿਵਸ ਕੇ ਪਾਹੁਣੇ ਬੜ ਬੜ ਰੂਧੋਂ ਠਾਏ। ਇਉਂ ਸਾਧ ਸੰਤ ਜੀ ਭਗਤ ਕਬੀਰ ਜੀ ਕਹਿੰਦੇ ਵੀ ਇਹ ਜੀਵ ਸਾਰੇ ਆਪਾਂ ਮਾਟੀ ਦੇ ਤਾਂ ਪੁਤਲੇ ਹਾਂ। ਮਾਨਸ ਰਾਖਿਓ ਨਾਉ, ਤੇ ਸਾਰਿਆਂ ਨੇ ਆਪਣੇ ਆਪ ਦਾ ਮਨੁੱਖ ਨਾਂ ਰਖਾਇਆ ਹੋਇਆ ਹੈ। ਤੇ ਅੱਗੇ ਕਹਿੰਦੇ 4 ਦਿਵਸ ਕੇ ਪਾਹੁਣੇ, ਕਹਿੰਦੇ ਇੱਥੇ 4 ਦਿਨਾਂ ਦੇ ਆਪਾਂ ਸਾਰੇ ਪ੍ਰਾਹੁਣੇ ਹਾਂ। ਬੜ ਬੜ ਰੂਧੋਂ ਠਾਓ। ਇਸ ਕਰਕੇ ਕਹਿੰਦੇ ਵੱਡੇ ਵੱਡੇ ਇੱਥੇ ਜੀਵ ਨੇ ਟਿਕਾਣੇ ਬਣਾ ਲਏ ਹੈ ਵੀ ਮੈਂ ਸਦਾ ਹੀ ਰਹਿਣਾ ਹੈ। ਇਉਂ ਸਾਧ ਸੰਗਤ ਜੀ ਇੱਥੇ ਭਗਤ ਕਬੀਰ ਜੀ ਨੇ 4 ਦਿਵਸ ਦੀ ਗੱਲ ਕੀਤੀ ਹੈ ਵੀ 4 ਦਿਵਸ ਕੇ ਪ੍ਰਾਹੁਣੇ ਹਨ। ਤੇ ਇੱਥੇ ਸਾਧ ਸੰਗਤ ਜੀ ਏਕ ਰਹਿਣ ਕੇ ਪਹੁਣ ਤੁਮ ਆਏ, ਇੱਥੇ ਇੱਕ ਰਹਿਣ ਦੀ ਹੈ। ਭਾਵ ਕੀ ਹੈ? ਭਾਵ ਹੈ ਥੋੜੇ ਸਮੇਂ ਤੋਂ। ਇੱਕ ਰਹਿਣ ਦਾ ਭਾਵ ਹੈ ਥੋੜੇ ਸਮੇਂ, ਭਾਵੇਂ 4 ਦਿਵਸ ਕਹਿ ਲਵੋ। 4 ਦਿਵਸ ਕੇ ਪਾਹੁਣੇ, ਉੱਥੇ ਵੀ ਸਾਧ ਸੰਗਤ ਜੀ ਅਰਥ ਇਹੀ ਹੈ ਕਿ ਇਹ ਜੀਵ ਇਸ ਸੰਸਾਰ ਦੇ ਵਿੱਚ ਥੋੜੇ ਸਮੇਂ ਦਾ ਪ੍ਰਾਹੁਣਾ ਹੈ। ਦੂਸਰਾ ਸਾਧ ਸੰਗਤ ਜੀ ਜਿਵੇਂ ਘਰਾਂ ਦੇ ਵਿੱਚ ਪ੍ਰਾਹੁਣੇ ਆਉਂਦੇ ਆ, ਉਹ ਪ੍ਰਾਹੁਣੇ ਇੱਕ ਰਾਤ ਕੱਟ ਕੇ ਚਲੇ ਜਾਂਦੇ ਆ। ਇਸੇ ਤਰ੍ਹਾਂ ਹੇ ਜੀਵ ਤੂੰ ਪ੍ਰਾਹੁਣਿਆਂ ਦੀ ਨਿਆਈ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਹੈ। ਤੈਂ ਥੋੜਾ ਸਮਾਂ ਇਸ ਸੰਸਾਰ ਦੇ ਵਿੱਚ ਉਮਰ ਰੂਪੀ ਰਾਤ ਦੇ ਵਿੱਚ ਰਹਿ ਕੇ ਇਥੋਂ ਚਲਿਆ ਜਾਣਾ ਹੈ। ਬਹੁ ਜੁਗ ਆਸ ਬਦਾਏ। ਪਰ ਤੈਂ ਆਪਣੇ ਮਨ ਦੇ ਵਿੱਚ ਬਹੁਤੇ ਯੁੱਗਾਂ ਦੀ ਆਸ ਉਮੀਦ ਬੰਨੀ ਹੋਈ ਹੈ ਵੀ ਮੈਂ ਤਾਂ ਇੱਥੇ ਇੱਕ ਨਹੀਂ ਬਹੁਤ ਲੰਬਾ ਸਮਾਂ ਇਸ ਸੰਸਾਰ ਦੇ ਵਿੱਚ ਰਹਿਣਾ ਹੈ। ਗ੍ਰਹਿ ਮੰਦਰ ਸੰਪੈ ਜੋ ਦੀਸੈ। ਤੇ ਇਹ ਜਿਹੜੇ ਗ੍ਰਹਿ ਮੰਦਰ ਸਾਧ ਸੰਗਤ ਜੀ, ਮੰਦਰ ਦਾ ਅਰਥ ਹੁੰਦਾ ਹੈ ਮਹਿਲ, ਮਕਾਨ, ਤੇ ਗ੍ਰਹਿ ਦਾ ਅਰਥ ਵੀ ਘਰ ਹੁੰਦਾ ਹੈ। ਗ੍ਰਹਿ ਕਹੀਏ ਕੱਚੇ ਘਰ, ਮੰਦਰ ਕਹੀਏ ਪੱਕੇ ਘਰ। ਸੰਪੈ ਜਿੰਨੇ ਵੀ ਹਾਥੀ ਮਾਲ ਘੋੜੇ ਆਦਿਕ ਜਾਂ ਧਨ ਪਦਾਰਥ ਜਿੰਨੀ ਵੀ ਵਿਭੂਤੀ ਹੈ, ਇਹ ਜੀਵ ਜੋ ਵੀ ਇਹ ਸਾਰਾ ਕੁਝ ਤੈਨੂੰ ਦਿਸ ਰਿਹਾ ਹੈ, ਜਿਉ ਤਰਵਰ ਕੀ ਛਾਏ। ਇਹ ਤਾਂ ਇਹ ਜੀਵ ਇਉਂ ਨਾਸ਼ਵਾਨ ਹੈ। ਜਿਸ ਤਰ੍ਹਾਂ ਤਰਵਰ ਬ੍ਰਿਸ਼ ਦੀ ਛਾਂ ਹੁੰਦੀ ਹੈ। ਬ੍ਰਿਸ਼ ਦੀ ਛਾਂ ਸਾਧ ਸਾਂਝੀ ਸੂਰਜ ਦੇ ਢਾਲਣ ਦੇ ਨਾਲ ਜਿੱਧਰ ਨੂੰ ਸੂਰਜ ਜਾਈ ਜਾਂਦਾ ਹੈ ਤੇ ਪਰਛਾਵਾਂ ਵੀ ਢਲਦਾ ਜਾਂਦਾ ਹੈ। ਇਸੇ ਤਰ੍ਹਾਂ ਇਹ ਜੀਵ ਜਿੰਨੇ ਵੀ ਇਹ ਕੱਚੇ ਘਰ ਹਨ ਜਾਂ ਪੱਕੇ ਸੁੰਦਰ ਮਹਿਲ ਹਨ ਜਾਂ ਧਨ ਪਦਾਰਥ, ਜਿੰਨੀ ਵੀ ਵਿਭੂਤੀ ਹੈ, ਸਾਰੀ ਵਿਭੂਤੀ ਤਾਂ ਇਉਂ ਨਾਸ਼ਵਾਨ ਹੈ ਜਿਵੇਂ ਬ੍ਰਿਸ਼ ਦੀ ਛਾਂ ਸਦਾ ਨਹੀਂ ਸਥਿਤ ਨਹੀਂ ਰਹਿੰਦੀ। ਇਸੇ ਤਰ੍ਹਾਂ ਜਦੋਂ ਪਰਾਲਬਧ ਰੂਪੀ ਸਾਧ ਸਾਂਝੀ ਸੂਰਜ, ਪੁੰਨਾ ਰੂਪੀ ਸੂਰਜ ਦਾ ਪਰਛਾਵਾਂ ਢਲ ਗਿਆ ਤਾਂ ਜਿਹੜੇ ਇਹ ਪਦਾਰਥ ਹੈ, ਇਹ ਪਦਾਰਥ ਸਾਧ ਸਾਂਝੀ ਪੁੰਨਾਂ ਦੇ ਖਤਮ ਹੋਣ ਤੋਂ ਬਾਅਦ ਇਹ ਹੋਰ ਜੀਵ ਕੋਲੇ ਚਲੇ ਜਾਣਗੇ। ਇਉਂ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ, ਹੈ ਜੀਵ ਇਹ ਸਾਰੇ ਸੰਸਾਰ ਦੇ ਵਿੱਚ ਜਿਹੜੇ ਕੱਚੇ ਘਰ ਜਾਂ ਮਕਾਨ ਆਦਿਕ ਹਨ ਜਾਂ ਵਿਭੂਤੀ ਆਦਿਕ ਜੋ ਵੀ ਤੈਨੂੰ ਕੁਝ ਦਿਸ ਰਿਹਾ ਹੈ,
ਇਹ ਸਾਰੇ ਨਾਸ਼ਵਾਨ ਹਨ, ਜਿਵੇਂ ਬ੍ਰਿਸ਼ ਦੀ ਸ਼ਾਨ ਨਾਸ਼ਵਾਨ ਹੁੰਦੀ ਹੈ। ਤਨ ਮੇਰਾ ਸੰਪੈ ਸਭ ਮੇਰੀ, ਤੇ ਤੈਂ ਹਰ ਵਕਤ ਇਹੋ ਹੀ ਆਪਣੇ ਮਨ ਦੇ ਵਿੱਚ ਰਟਣਾ ਕੀਤਾ ਹੈ ਕਿ ਇਹ ਜੀਵ ਕਿ ਇਹ ਤਨ ਵੀ ਮੇਰਾ ਹੈ, ਸੰਪੈ ਇਹ ਧਨ ਵਿਭੂਤੀ ਆਦਿਕ ਵੀ ਇਹ ਸਾਰੀ ਮੇਰੀ ਹੈ। ਬਾਗ ਮਿਲਖ ਸਭ ਜਾਏ, ਇਹ ਜਿੰਨੇ ਸੁੰਦਰ ਸੁੰਦਰ ਬਾਗ ਬਗੀਚੇ ਤੈਨੂੰ ਦਿਸ ਰਹੇ ਹੈ, ਮਿਲਖ ਜਿੰਨੀਆਂ ਜੰਗੀਰਦਾਰੀਆਂ ਹਨ, ਅਹੁਦੇ ਮਿਲੇ ਹੋਏ ਹਨ, ਇਹ ਸਾਰੇ ਇੱਕ ਦਿਨ ਚਲੇ ਜਾਣੇ ਆ। ਜਦੋਂ ਸਾਧ ਸੰਗਤ ਜੀ ਸਰੀਰ ਹੀ ਨਾ ਰਿਹਾ, ਸਰੀਰ ਦੇ ਚਲੇ ਜਾਣ ਤੋਂ ਬਾਅਦ ਜਿਹੜੇ ਸਾਰੇ ਅਹੁਦੇ ਆ ਇਹ ਵੀ ਚਲੇ ਜਾਂਦੇ ਆ। ਦੂਸਰਾ ਸਾਧ ਸੰਗਤ ਜੀ ਕਈ ਵਾਰ ਇਸ ਜੀਵ ਦੇ ਇੱਥੇ ਵੇਖਿਆ, ਕਈਆਂ ਕੋਲੇ ਕਰੋੜਾਂ ਧਨ ਹੁੰਦਾ ਹੈ, ਕੋਈ ਐਸਾ ਸਮਾਂ ਆਉਂਦਾ ਹੈ ਵੀ ਕੰਗਾਲ ਹੋ ਜਾਂਦੇ ਆ, ਦਰ ਮੰਗਣ ਭਿੱਖ ਨਾ ਪਾਏਂਦਾ। ਇਉਂ ਸਾਧ ਸੰਗਤ ਜੀ ਇਹ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਆ ਵੀ ਇਹ ਜੀਵ, ਇਹ ਜਿੰਨੇ ਵੀ ਬਾਗ ਬਗੀਚੇ ਹਨ, ਮਿਲਖ ਜੰਗੀਰਦਾਰੀਆਂ ਹਨ, ਇਹ ਸਾਰੇ ਇੱਕ ਦਿਨ ਤੇਰੇ ਕੋਲੋਂ ਚਲੇ ਜਾਣੇ ਹਨ। ਦੇਵਨ ਹਾਰਾ ਬਿਸਰਿਓ ਠਾਕੁਰ, ਤੇ ਜਿਹੜਾ ਇਹ ਸਾਰੇ ਪਦਾਰਥਾਂ ਨੂੰ ਤੈਨੂੰ ਦੇਣ ਵਾਲਾ ਹੈ ਪਰਮੇਸ਼ਰ, ਜਿਹਨੇ ਤੈਨੂੰ ਇਹ ਸਰੀਰ ਦਿੱਤਾ ਹੈ, ਜਿਸ ਪਰਮੇਸ਼ਰ ਨੇ ਤੈਨੂੰ ਪਹਿਨਣ ਵਾਸਤੇ ਸੁੰਦਰ ਵਸਤਰ ਦਿੱਤੇ ਹਨ, ਰਹਿਣ ਵਾਸਤੇ ਤੈਨੂੰ ਸੁੰਦਰ ਮਕਾਨ ਦਿੱਤੇ ਹਨ, ਤੇ ਚੰਗੇ ਚੰਗੇ ਸਾਧਨ ਦਿੱਤੇ ਆ। ਇਉਂ ਕਹਿੰਦੇ ਹੈ ਜੀਵ, ਫਿਰ ਵੀ ਤੈਂ ਉਸ ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਅਕਾਲ ਪੁਰਖ ਪਰਮੇਸ਼ਰ ਹੈ, ਉਸ ਨੂੰ ਤੈਂ ਕਿਉਂ ਭੁਲਾ ਦਿੱਤਾ ਹੈ। ਇਨ ਮਹਿ ਹੋਤ ਪਰਾਏ, ਇਹ ਤਾਂ ਸਾਰੇ ਪਦਾਰਥ ਇੱਕ ਖਿਨ ਛਿਨ ਦੇ ਵਿੱਚ ਪਰਾਏ ਬਗਾਨੇ ਹੋ ਜਾਣਗੇ। ਭਾਵ ਇਹ ਤਾਂ ਸਾਧ ਸੰਗਤ ਜੀ ਜਦੋਂ ਪਰਾਲਬਧ ਦੇ ਵਿੱਚੋਂ ਪੁੰਨ ਖਤਮ ਹੋ ਗਏ, ਪੁੰਨ ਖਤਮ ਹੋਣ ਤੋਂ ਬਾਅਦ ਇੱਕ ਖਿਰਣ ਦੇ ਵਿੱਚ ਹੀ ਸਾਧ ਸੰਗਤ ਜੀ ਇਹ ਨਾਸ਼ਵਾਨ ਹੋ ਜਾਣੇ ਹੈ, ਇਸਤਤ ਨਹੀਂ ਰਹਿਣ ਵਾਲੇ ਹੈ। ਇਸ ਕਰਕੇ ਕਹਿੰਦੇ ਹੈ ਜੀਵ, ਇਹ ਤਾਂ ਇੱਕ ਖਿਨ ਦੇ ਵਿੱਚ ਛਿਨ ਦੇ ਵਿੱਚ ਹੀ ਸਾਰੇ ਪਰਾਏ ਬਗਾਨੇ ਹੋ ਜਾਣੇ ਹਨ। ਪਹਿਰੇ ਬਾਗਾ ਕਰ ਇਸਨਾਨਾ, ਤੇ ਪੁਰਾਣੇ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਜਿਹੜੇ ਰਾਜੇ ਮਹਾਰਾਜੇ ਲੋਕ ਹੁੰਦੇ ਸਨ, ਅੱਜ ਕੱਲ੍ਹ ਵੀ ਜਿਹੜੇ ਅਮੀਰ ਲੋਕ ਹੈ, ਉਹ ਜਦੋਂ ਇਸ਼ਨਾਨ ਕਰਦੇ ਆ, ਨਹਾਉਂਦੇ ਆ, ਉਹ ਸਾਂਝੀ ਨਹਾਉਣ ਵਾਲੇ ਪਾਣੀ ਦੇ ਵਿੱਚ ਸੁਗੰਧੀਆਂ ਵਾਲੇ ਜਿਹੜੇ ਪਦਾਰਥ ਹੈ, ਉਹ ਸੁਗੰਧਿਤ ਪਦਾਰਥ ਵਿੱਚ ਪਾ ਲੈਂਦੇ ਆ, ਖੁਸ਼ਬੂਦਾਰ ਪਦਾਰਥ ਵਿੱਚ ਪਾ ਲੈਂਦੇ ਆ, ਜਿਵੇਂ ਗੁਲਾਬ ਦਾ ਫੁੱਲ ਹੋ ਗਏ ਜਾਂ ਹੋਰ ਚਮੇਲੀ ਆਦਿਕ ਦੇ ਫੁੱਲ ਹੋ ਗਏ, ਫੁੱਲ ਵੀ ਪਾ ਲੈਂਦੇ ਆ। ਇਉਂ ਕਹਿੰਦੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਇਹ ਜੀਵ ਤੂੰ ਚੰਗੇ ਐਨ ਖੁਸ਼ਬੂਦਾਰ ਪਾਣੀ ਦੇ ਵਿੱਚ ਇਸ਼ਨਾਨਾ ਨਹਾ ਧੋ ਕੇ ਜਦੋਂ ਬਾਹਰ ਆਉਂਦਾ ਹੈ, ਫਿਰ ਨਹਾਉਣ ਧੋਣ ਤੋਂ ਬਾਅਦ ਆਪਣੇ ਸਰੀਰ ਦੇ ਉੱਪਰ ਬਾਗਾ ਨਾਮ ਸਾਧ ਸੰਗਤ ਜੀ ਚਿੱਟੇ ਦਾ ਹੁੰਦਾ ਹੈ, ਚਿੱਟੇ ਸੁੰਦਰ ਜਿਹੜੇ ਲਿਬਾਸ ਹਨ, ਉਹ ਫਿਰ ਤੂੰ ਆਪਣੇ ਸਰੀਰ ਦੇ ਉੱਪਰ ਪਹਿਰਾ ਕੀ ਪਹਿਨਣਾ ਕਰਦਾ ਹੈ। ਤੇ ਬਾਗਾ ਨਾਮ ਸਾਧ ਸੰਗਤ ਜੀ ਪੁਸ਼ਾਕ ਦਾ ਵੀ ਹੁੰਦਾ ਹੈ। ਜਿਹੜੀਆਂ ਸੁੰਦਰ ਸੁੰਦਰ ਬਾਗਾ ਪੁਸ਼ਾਕਾਂ ਹਨ, ਉਹਨਾਂ ਸੁੰਦਰ ਪੁਸ਼ਾਕਾਂ ਨੂੰ ਤੂੰ ਆਪਣੇ ਸਰੀਰ ਦੇ ਉੱਪਰ ਪਹਿਨਣਾ ਕਰਦਾ ਹੈ। ਚੋਆ ਚੰਦਨ ਲਾਏ, ਫਿਰ ਸੁੰਦਰ ਵਸਤਰ ਪਹਿਨਣ ਤੋਂ ਬਾਅਦ ਤੂੰ ਫਿਰ ਉਹਨਾਂ ਉੱਪਰ ਵਸਤਰਾਂ ਦੇ ਉੱਪਰ ਚੰਗੇ ਚੰਗੇ ਜਿਹੜੇ ਚੰਦਨ ਹਨ ਜਾਂ ਅਤਰ ਫਲੇਵ ਆਦਿਕ ਜਿਹੜੇ ਚੋ ਕੇ ਜਿਨ੍ਹਾਂ ਦਾ ਅਰਕ ਕੱਢਿਆ ਹੁੰਦਾ ਹੈ, ਉਹ ਫਿਰ ਚੰਗੇ ਚੰਗੇ ਸੁਗੰਧਿਤ ਪਦਾਰਥ ਨੇ ਜਿਹੜੇ ਉਹ ਤੂੰ ਆਪਣੇ ਸਰੀਰ ਤੇ ਅਤੇ ਵਸਤਰਾਂ ਤੇ ਲਾਉਂਦਾ ਹੈ, ਵੀ ਦੂਸਰੇ ਮਨੁੱਖਾਂ ਦੇ ਕੋਲ ਜਦੋਂ ਮੈਂ ਜਾਵਾਂ ਤਾਂ ਸਾਰਿਆਂ ਨੂੰ ਮੇਰੇ ਸਰੀਰ ਦੇ ਵਿੱਚੋਂ ਚੰਗੀ ਜਿਹੜੀ ਸੁਗੰਧੀ ਹੈ ਉਹ ਸੁਗੰਧੀ ਆਵੇ। ਇਉਂ ਹੈ ਜੀਵ, ਹੈ ਬਨਾ ਤੂੰ ਆਪਣੇ ਸਰੀਰ ਦੇ ਉੱਪਰ ਚੰਗੇ ਚੰਗੇ ਜਿਹੜੇ ਚੰਦਨ ਆਦਿਕ ਹਨ, ਖੁਸ਼ਬੂਦਾਰ ਪਦਾਰਥ ਹਨ, ਉਹਨਾਂ ਨੂੰ ਤੂੰ ਲਾਉਣਾ ਕਰਦਾ ਹੈ। ਨਿਰਭਉ ਨਿਰੰਕਾਰ ਨਹੀਂ ਚੀਨਿਆ, ਤੇ ਜਿਹੜਾ ਉਹ ਨਿਰਭਉ ਜਿਹੜਾ ਡਰ ਤੋਂ ਰਹਿਤ ਅਕਾਲ ਪੁਰਖ ਪਰਮੇਸ਼ਰ ਹੈ, ਨਿਰੰਕਾਰ ਜਿਹੜਾ ਨਿਰਕਈ ਆਕਾਰ ਤੋਂ ਰਹਿਤ ਹੈ, ਚੱਕਰ ਚਿਹਨ ਅਰ ਰੂਪ ਰੰਗ ਜਾਤ ਪਾਤ ਨਹਿਨ ਜਹ,
ਇਹ ਸਾਰਾ ਜਿਹੜਾ ਸਾਧ ਸੰਗਤ ਜੀ ਜਾਪ ਸਾਹਿਬ ਦੇ ਵਿੱਚ ਕਥਨ ਹੈ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜਿਹੇ, ਇਹ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਉਹ ਕਿਸੇ ਵੀ ਆਕਾਰ ਦੇ ਵਿੱਚ ਨਹੀਂ ਆਉਂਦਾ, ਆਕਾਰ ਤੋਂ ਰਹਿਤ ਹੈ। ਇਉਂ ਜਿਹੜਾ ਡਰ ਤੋਂ ਰਹਿਤ ਹੈ, ਆਕਾਰ ਤੋਂ ਰਹਿਤ ਪਰਮੇਸ਼ਰ ਹੈ, ਅਕਾਲ ਪੁਰਖ ਪਰਮੇਸ਼ਰ ਹੈ, ਉਸ ਨੂੰ ਤੈਂ ਆਪਣੇ ਹਿਰਦੇ ਦੇ ਵਿੱਚ ਚੀਨਿਆ ਜਾਣਨਾ ਨਹੀਂ ਕੀਤਾ। ਜਿਉ ਹਸਤੀ ਨਾਵਾਏ, ਇਸੇ ਕਰਕੇ ਤੂੰ ਇਉਂ ਨਹੀਂ ਜਾਣਨਾ ਕੀਤਾ। ਕਹਿੰਦੇ ਜਿਵੇਂ ਹਸਤੀ ਨਾਮ ਸਾਧ ਸੰਗਤ ਜੀ ਹਾਥੀ ਦਾ ਹੁੰਦਾ ਹੈ। ਕਹਿੰਦੇ ਕੋਈ ਹਾਥੀ ਨੂੰ ਚੰਗੀ ਤਰ੍ਹਾਂ ਨਦੀ ਦੇ ਵਿੱਚ ਵਾੜ ਕੇ ਐਨ ਮਲ ਮਲ ਕੇ ਉਹਨੂੰ ਨਵਾ ਦੇਣਾ ਕਰੇ ਤੇ ਬਹੁਤ ਚੰਗੀ ਤਰ੍ਹਾਂ ਨਵਾ ਲਿਆ ਧਵਾ ਲਿਆ, ਜਦੋਂ ਕਹਿੰਦੇ ਫਿਰ ਬਾਹਰ ਆ ਜਾਂਦਾ ਹੈ ਆਪਣੇ ਸੁੰਡ ਦੇ ਨਾਲ ਹੀ ਆਪਣੇ ਉੱਪਰ ਸਵਾਹ ਪਾ ਲੈਂਦਾ ਹੈ। ਇਸੇ ਤਰ੍ਹਾਂ ਇਹ ਜੀਵ ਇਹ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਤੈਂ ਜਾਣਨਾ ਨਹੀਂ ਕੀਤਾ। ਜਿਵੇਂ ਹਾਥੀ ਬਾਹਰ ਨਹਾਉਣ ਤੋਂ ਬਾਅਦ ਆਪਣੇ ਉੱਪਰ ਸਵਾਹ ਪਾ ਲੈਂਦਾ ਹੈ, ਇਸੇ ਤਰ੍ਹਾਂ ਉਸ ਅਕਾਲ ਪੁਰਖ ਪਰਮੇਸ਼ਰ ਨੇ ਤੈਨੂੰ ਸੰਸਾਰ ਦੇ ਵਿੱਚ ਭੇਜਣਾ ਕੀਤਾ ਸੀ ਆਪਣੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਸਤੇ, ਨਾਮ ਰੂਪੀ ਇਸ਼ਨਾਨ 'ਚ ਟੁੰਬੀਆਂ ਲਾਉਣ ਵਾਸਤੇ, ਪਰ ਤੂੰ ਉਲਟਾ ਆਪਣੇ ਸਿਰ ਦੇ ਉੱਪਰ ਵਿਸ਼ਿਆਂ ਰੂਪੀ ਜਿਹੜੀ ਸਵਾਹ ਹੈ ਉਹ ਵਿਸ਼ਿਆਂ ਰੂਪੀ ਸਵਾਹ ਤੈਂ ਪਾ ਲੈਣਾ ਕੀਤੀ ਹੈ। ਜੋ ਹੋਏ ਕਿਰਪਾਲ ਤਾ ਸਤਿਗੁਰ ਮਿਲੈ, ਤੇ ਜਦੋਂ ਉਹ ਅਕਾਲ ਪੁਰਖ ਪਰਮੇਸ਼ਰ ਕਿਰਪਾਲੂ ਹੁੰਦਾ ਹੈ, ਕਿਰਪ ਜਮਾ ਆਲ ਨਾਮ ਘਰ ਦਾ ਹੁੰਦਾ ਹੈ ਤੇ ਕਿਰਪਾ ਨਾਮ ਸਾਧ ਸੰਗਤ ਜੀ ਦਿਆਲੂ ਦਾ ਹੁੰਦਾ ਹੈ। ਜਦੋਂ ਦਿਆਲਤਾ ਦਾ ਘਰ ਅਕਾਲ ਪੁਰਖ ਪਰਮੇਸ਼ਰ ਅਤਿਅੰਤ ਹੀ ਦਿਆਲੂ ਹੁੰਦਾ ਹੈ ਤਾਂ ਹੀ ਫਿਰ ਸਤਿਗੁਰ ਮਿਲੈ, ਫਿਰ ਹੀ ਸੱਚੇ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਸਭ ਸੁਖ ਹਰ ਕੇ ਨਾਏ, ਜਿੰਨੇ ਵੀ ਸਾਰੇ ਸੰਸਾਰਿਕ ਸੁੱਖ ਹਨ ਉਹ ਸਾਰੇ ਸੁੱਖ ਇਹ ਜੀਵ ਤੈਨੂੰ ਪ੍ਰਾਪਤ ਕਿੱਥੋਂ ਹੋਣੇ ਆ? ਹਰ ਕੇ ਨਾਏ, ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਇਕੀਏ ਨਾਮ ਨੂੰ ਜਪਣੇ ਕਰਕੇ ਹੀ ਜਿੰਨੇ ਸਾਰੇ ਸੁੱਖ ਹਨ ਉਹ ਸਾਰੇ ਸੁੱਖ ਤੈਨੂੰ ਪ੍ਰਾਪਤ ਹੋਣੇ ਹਨ। ਮੁਕਤ ਭਇਆ ਬੰਧਨ ਗੁਰ ਖੋਲੇ, ਤੇ ਇਉਂ ਫਿਰ ਗੁਰੂ ਸਾਹਿਬ ਜੀ ਦੇ ਨਾਲ ਮਿਲਣੇ ਕਰਕੇ ਗੁਰੂ ਸਾਹਿਬ ਜੀ ਐਸੀ ਬਖਸ਼ਿਸ਼ ਕਰ ਦਿੰਦੇ ਹਨ, ਫਿਰ ਇਹ ਸਾਰੇ ਜੀਵ ਦੇ ਜਿਹੜੇ ਬੰਧਨ ਹਨ, ਕਰਤਾ ਭੋਗਤਾ ਦੇ ਬੰਧਨ ਹਨ ਜਿੰਨੇ, ਉਹ ਸਾਰੇ ਬੰਧਨ ਇਹਦੇ ਜੀਵ ਦੇ ਖੋਲ ਦਿੰਦੇ ਹਨ, ਭਾਵ ਬੰਧਨਾਂ ਤੋਂ ਇਹਨੂੰ ਮੁਕਤ ਕਰ ਦਿੰਦੇ ਹਨ। ਤੇ ਫਿਰ ਜੀਵ ਆਤਮਿਕ ਸਰੂਪ ਦੀ ਜਿਹੜੀ ਪ੍ਰਾਪਤੀ ਹੈ, ਆਤਮਿਕ ਸਰੂਪ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਹੋ ਜਾਂਦਾ ਹੈ। ਜਨ ਨਾਨਕ ਹਰ ਗੁਣ ਗਾਏ, ਸਤਿਗੁਰੂ ਸਾਹਿਬ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਪੁਰਖਾਂ ਨੇ, ਜਿਨ੍ਹਾਂ ਸੱਜਣਾ ਨੇ, ਜਿਨ੍ਹਾਂ ਜਗਿਆਸੂਆਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਹਰ ਕੀ ਅਕਾਲ ਪੁਰਖ ਪਰਮੇਸ਼ਰ ਦੇ ਜਸ ਰੂਪ ਗੁਣਾਂ ਨੂੰ ਗਾਉਣਾ ਕੀਤਾ ਹੈ, ਉਹਨਾਂ ਦੇ ਸਾਰੇ ਜਿਹੜੇ ਸੰਸਾਰਕ ਬੰਧਨ ਹਨ ਉਹ ਸਾਰੇ ਸੰਸਾਰਕ ਬੰਧਨ ਵੀ ਟੁੱਟ ਜਾਂਦੇ ਹਨ ਤੇ ਕਰਤਾ ਭੋਗਤਾ ਦੇ ਜਿਹੜੇ ਬੰਧਨ ਹਨ ਉਹ ਵੀ ਟੁੱਟ ਜਾਂਦੇ ਹਨ। ਉਹ ਇਸ ਸੰਸਾਰ ਦੇ ਵਿੱਚੋਂ ਸਾਧ ਸੰਗਤ ਜੀ ਮੁਕਤ ਹੋ ਜਾਂਦਾ ਹੈ। ਆਓ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਮਿਹਰ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਜੋ ਆਪਾਂ ਨੂੰ ਇਸ ਸ਼ਬਦ ਦੇ ਵਿੱਚ ਸਿਧਾਂਤ ਬਖਸ਼ਿਆ ਹੈ ਕਿ ਇਹ ਜੀਵ ਤੂੰ ਉਸ ਅਕਾਲ ਪੁਰਖ ਪਰਮੇਸ਼ਰ ਦੀ ਓਟ ਵਿੱਚ ਪੈਣਾ ਕਰ, ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ। ਜਿਸ ਅਕਾਲ ਪੁਰਖ ਪਰਮੇਸ਼ਰ ਨੇ ਤੈਨੂੰ ਪਹਿਨਣ ਵਾਸਤੇ ਚੰਗੇ ਪਦਾਰਥ ਦਿੱਤੇ ਹਨ, ਤੈਨੂੰ ਮਨੁੱਖਾ ਸਰੀਰ ਦਿੱਤਾ ਹੈ, ਉਸ ਪਰਮੇਸ਼ਰ ਦੇ ਗੁਣਾਂ ਨੂੰ ਤੂੰ ਗਾਉਣਾ ਕਰ, ਫਿਰ ਤੂੰ ਇਸ ਸੰਸਾਰ ਦੇ ਵਿੱਚੋਂ ਜੀਵਨ ਮੁਕਤ ਹੋ ਕੇ ਚਲਿਆ ਜਾਵੇਂਗਾ। ਆਓ ਸਾਧ ਸੰਗਤ ਜੀ ਇਤਨੀ ਕ ਹਾਜ਼ਰੀ ਪ੍ਰਵਾਨ ਕਰਿਓ। ਫਤਿਹ ਟੀਵੀ ਚੈਨਲ ਵਾਲਿਆਂ ਦਾ ਵੀ ਧੰਨਵਾਦ, ਜਿਹੜੇ ਗੁਰਮੁਖ ਸੱਜਣ ਬਹੁਤ ਸਾਰਾ ਵੱਡਾ ਉਪਰਾਲਾ ਕਰਕੇ ਗੁਰੂ ਕੀਆਂ ਸਿੱਖ ਸੰਗਤਾਂ ਦੇ ਤਾਈਂ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਿਧਾਂਤ ਹੈ, ਜੋ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪਾਵਨ ਉਪਦੇਸ਼ ਦਿੱਤਾ ਹੈ, ਉਹ ਘਰ ਘਰ ਦੇ ਵਿੱਚ ਗੁਰੂ ਨਾਨਕ ਦੀ ਗੱਲ ਪਹੁੰਚਾਉਣ ਦੇ ਵਾਸਤੇ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ। ਇਹਨਾਂ ਦਾ ਵੀ ਬਹੁਤ ਧੰਨਵਾਦ। ਆਓ ਸਾਧ ਸੰਗਤ ਜੀ ਅਣਜਾਣਪੁਣੇ ਵਿੱਚ ਹੋਈਆਂ ਭੁੱਲਾਂ ਦੀ ਗੁਰੂ ਅਤੇ ਆਪ ਸਰਬੱਤ ਗੁਰੂ ਕੀਆਂ ਸੰਗਤਾਂ ਨੇ ਖਿਮਾ ਬਖਸ਼ਣੀ ਜੀ। ਜੋ ਹੋਏ ਕਿਰਪਾਲ ਤਾ ਸਤਿਗੁਰ ਮਿਲੈ, ਸਭ ਸੁਖ ਹਰ ਕੇ ਨਾਏ।
ਮੁਕਤ ਭਇਆ ਬੰਧਨ ਗੁਰ ਖੋਲੇ, ਜਨ ਨਾਨਕ ਹਰ ਗੁਣ ਗਾਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ